ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਕਿੱਸਾ ਕਾਵਿ ਦੇ ਕਵੀ ਪੀਲੂ ਦੁਆਰਾ ਲਿਖੇ ਕਿੱਸੇ ਮਿਰਜ਼ਾ ਸਾਹਿਬਾਂ ਬਾਰੇ ਗੱਲਬਾਤ ਕਰਾਂਗੇ। ਪੰਜਾਬੀ ਦੇ ਮੋਢੀ ਕਿੱਸਾਕਾਰਾਂ ਵਿੱਚੋਂ ਪੀਲੂ ਪ੍ਰਮੁੱਖ ਨਾਂ ਹੈ। ਪੀਲੂ ਦੇ ਜਨਮ ਤੇ ਸਥਾਨ ਬਾਰੇ ਕੁਝ ਪਤਾ ਨਹੀਂ ਲੱਗਦਾ। ਹਾਫਿਜ਼ ਬਰਖੁਰਦਾਰ ਜਿਹੜਾ ਔਰੰਗਜ਼ੇਬ ਦੇ ਸਮੇਂ ਹੋਇਆ, ਪੀਲੂ ਦੀ ਉਸਤਤ ਕਰਦਾ ਹੋਇਆ ਲਿਖਦਾ ਹੈ, ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ, ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਨੀ ਦਸਤ ਤਰੇਨ। ਉਂਝ ਕਿਹਾ ਜਾਂਦਾ ਹੈ ਕਿ ਪੀਲੂ ਮੁਸਲਮਾਨ ਜੱਟ ਸੀ ਅਤੇ ਮਾਝੇ ਦਾ ਵਸਨੀਕ ਸੀ। ਉਹ ਪਿੰਡ ਵੈਰੋਵਾਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਜ਼ਿਮੀਂਦਾਰ ਸੀ। ਹੁਣ ਅਸੀਂ ਕਿੱਸੇ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ। ਕਿੱਸਾ ਹੈ, ਕਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ, ਡੂਮ ਸੋਹਲੇ ਗਾਮ ਦੇ ਖਾਨ ਖੀਵੇ ਦੇ ਬਾਰ, ਰੱਜ ਦੁਆਈ ਦਿੱਤੀਆਂ ਸੋਹਣੇ ਪਰਿਵਾਰ, ਰਲ ਤਦਬੀਰਾਂ ਬੱਧੀਆਂ ਸ਼ੈਲ ਹੋਈ ਮੁਟਿਆਰ। ਖੀਵਾ ਸਾਹਿਬਾਂ ਦੇ ਬਾਪ ਦਾ ਨਾਂ ਸੀ। ਡੂਮ ਸ਼ਬਦ ਦਾ ਅਰਥ ਹੈ ਮਰਾਸੀ। ਸੋਹਲੇ ਸ਼ਬਦ ਦਾ ਅਰਥ ਹੈ ਖੁਸ਼ੀ ਦੇ ਗੀਤ। ਬਾਰ ਸ਼ਬਦ ਦਾ ਅਰਥ ਹੈ ਦਰਵਾਜ਼ਾ ਜਾਂ ਦਰ ਪ੍ਰਵੇਸ਼। ਤਦਬੀਰਾਂ ਸ਼ਬਦ ਦਾ ਅਰਥ ਹੈ ਸਲਾਹਾਂ ਜਾਂ ਤਰਕੀਬਾਂ ਜਾਂ ਉਪਾਅ। ਸ਼ੈਲ ਸ਼ਬਦ ਦਾ ਅਰਥ ਹੈ ਸੁੰਦਰ ਕੁੜੀ। ਪੀਲੂ ਨੇ ਇਸ ਕਿੱਸੇ ਵਿੱਚ ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਸਾਹਿਬਾਂ ਦੇ ਜਨਮ ਅਤੇ ਜਵਾਨੀ ਦਾ ਜ਼ਿਕਰ ਕੀਤਾ ਹੈ। ਕਵੀ ਲਿਖਦਾ ਹੈ ਕਿ ਖੀਵੇ ਖਾਨ ਦੇ ਘਰ ਸਾਹਿਬਾਂ ਮੰਗਲਵਾਰ ਵਾਲੇ ਦਿਨ ਪੈਦਾ ਹੋਈ। ਮਰਾਸੀਆਂ ਨੇ ਖੁਸ਼ੀ ਦੇ ਸੋਹਲੇ ਗਾਏ ਅਤੇ ਖੀਵੇ ਖਾਨ ਦੇ ਬੂਹੇ ਉੱਤੇ ਪੁੱਜ ਕੇ ਪਰਿਵਾਰ ਨੂੰ ਰੱਜ ਕੇ ਵਧਾਈਆਂ ਦਿੱਤੀਆਂ। ਜਦੋਂ ਸਾਹਿਬਾਂ ਸੁੰਦਰ ਜਵਾਨ ਵਿਖਾਈ ਦੇਣ ਲੱਗੀ ਤਾਂ ਸਾਰੇ ਪਰਿਵਾਰ ਦੇ ਬੰਦੇ ਮਿਲ ਕੇ ਉਸ ਦਾ ਰਿਸ਼ਤਾ ਕਰਨ ਲਈ ਸਲਾਹਾਂ ਕਰਨ ਲੱਗ ਪਏ। ਸਾਹਿਬਾਂ ਨਾਲ ਸਹੇਲੀਆਂ ਕੂੜੀ ਰਿਆਕਾਰ, ਕਰ ਬਿੰਜਲ ਦੇ ਮਿਰਜ਼ਾ ਜੰਮਿਆ, ਵਿੱਚ ਕਰਾੜੇ ਵਾਰ, ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ, ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ। ਕੂੜੀ ਸ਼ਬਦ ਦਾ ਅਰਥ ਹੈ ਝੂਠ ਤੂਫਾਨ ਬੋਲਣ ਵਾਲੀ ਜਾਂ ਮਕਾਰ। ਰਿਆਕਾਰ ਸ਼ਬਦ ਦਾ ਅਰਥ ਹੈ ਧੋਖੇਬਾਜ਼ ਜਾਂ ਪਾਖੰਡੀ। ਬਿੰਜਲ ਮਿਰਜ਼ੇ ਦੇ ਬਾਪ ਦਾ ਨਾਂ ਸੀ। ਕਰਾੜੇ ਵਾਰ ਸ਼ਬਦ ਦਾ ਅਰਥ ਹੈ ਕਿੜਾਣਾ ਬਾਰ, ਜ਼ਿਲ੍ਹਾ ਸ਼ਾਹਪੁਰ, ਪਾਕਿਸਤਾਨ ਦਾ ਇਲਾਕਾ। ਕਰਤਾਰ ਸ਼ਬਦ ਦਾ ਅਰਥ ਹੈ ਰੱਬ। ਖਰਲ ਜੱਟਾਂ ਦੀ ਇੱਕ ਜਾਤ ਜਿਸ ਨਾਲ ਮਿਰਜ਼ਾ ਸੰਬੰਧ ਰੱਖਦਾ ਸੀ। ਇਹਨਾਂ ਸਤਰਾਂ ਵਿੱਚ ਕਵੀ ਮਿਰਜ਼ੇ ਦੇ ਜਨਮ ਦਾ ਜ਼ਿਕਰ ਕਰਦਾ ਹੈ। ਪੀਲੂ ਲਿਖਦਾ ਹੈ ਕਿ ਇੱਧਰ ਤਾਂ ਖੀਵੇ ਖਾਨ ਦੇ ਘਰ ਸਾਹਿਬਾਂ ਦਾ ਜਨਮ ਹੋਇਆ ਸੀ, ਜੋ ਕਿ
ਆਪਣੀਆਂ ਸਹੇਲੀਆਂ ਵਿੱਚ ਝੂਠ ਤੂਫਾਨ ਬੋਲਣ ਵਾਲੀ ਅਤੇ ਮਕਾਰ ਪਸਾਰਨ ਵਾਲੀ ਦੇ ਰੂਪ ਵਿੱਚ ਮਸ਼ਹੂਰ ਸੀ। ਦੂਜੇ ਪਾਸੇ ਬਿੰਜਲ ਜੱਟ ਦੇ ਘਰ ਕਿੜਾਣਾ ਬਾਰ ਅੱਜ ਕੱਲ੍ਹ ਜ਼ਿਲ੍ਹਾ ਸ਼ਾਹਪੁਰ ਪਾਕਿਸਤਾਨ ਵਿੱਚ ਮਿਰਜ਼ੇ ਦਾ ਜਨਮ ਹੋਇਆ। ਮਿਰਜ਼ੇ ਨੂੰ ਜਨਮ ਦੇਣ ਵਾਲੇ ਤਾਂ ਉਸ ਦੇ ਮਾਈ ਬਾਪ ਸਨ, ਪਰ ਉਸ ਨੂੰ ਸੁੰਦਰ ਰੂਪ ਪਰਮਾਤਮਾ ਨੇ ਦਿੱਤਾ ਸੀ। ਮਿਰਜ਼ਾ ਇੱਕ ਪ੍ਰਭਾਵਸ਼ਾਲੀ ਸੂਰਮਾ ਸੀ ਅਤੇ ਉਹ ਆਪਣੇ ਖਰਲ ਜਾਤੀ ਦੇ ਜੱਟਾਂ ਦਾ ਸਰਦਾਰ ਸੀ। ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ। ਨਾ ਮਾਰ ਕਾਜੀ ਸ਼ਮਕਾਂ, ਨਾ ਦੇ ਤੱਤੀ ਨੂੰ ਤਾਏ, ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਏ। ਇਹਨਾਂ ਸਤਰਾਂ ਵਿੱਚ ਕਵੀ ਨੇ ਮਿਰਜ਼ੇ ਅਤੇ ਸਾਹਿਬਾਂ ਦੇ ਮਸੀਤ ਵਿੱਚ ਪੜ੍ਹਦਿਆਂ ਪਏ ਪਿਆਰ ਅਤੇ ਸਾਹਿਬਾਂ ਦੀ ਬੇਸੁੱਧ ਕਰ ਦੇਣ ਵਾਲੀ ਸੁੰਦਰਤਾ ਦਾ ਵਰਣਨ ਕੀਤਾ ਹੈ। ਸਾਹਿਬਾਂ ਮਸੀਤ ਵਿੱਚ ਕਾਜੀ ਕੋਲੋਂ ਅਜੇ ਫੱਟੀ ਉੱਪਰ ਲਿਖਣਾ ਹੀ ਸਿੱਖਦੀ ਸੀ, ਪਰੰਤੂ ਮਿਰਜ਼ਾ ਕੁਰਾਨ ਸ਼ਰੀਫ ਪੜ੍ਹਨ ਜੋਗਾ ਹੋ ਗਿਆ ਸੀ। ਇੱਥੇ ਮਸੀਤ ਵਿੱਚ ਪੜ੍ਹਦਿਆਂ ਹੀ ਦੋਹਾਂ ਦਾ ਪਿਆਰ ਪੈ ਗਿਆ ਅਤੇ ਇਸ ਗੱਲ ਦੀ ਦੁਨੀਆ ਭਰ ਦੇ ਲੋਕਾਂ ਵਿੱਚ ਧੁੰਮ ਪੈ ਗਈ ਸੀ। ਜਦੋਂ ਕਾਜੀ ਸਾਹਿਬਾਂ ਨੂੰ ਪੜ੍ਹਨ ਲਿਖਣ ਵੱਲ ਧਿਆਨ ਨਾ ਦਿੰਦੀ ਦੇਖ ਕੇ ਸ਼ਮਕਾਂ ਮਾਰਦਾ ਸੀ, ਤਾਂ ਉਹ ਉਸ ਅੱਗੇ ਤਰਲੇ ਕਰਦੀ ਹੋਈ ਕਹਿੰਦੀ ਸੀ ਕਿ ਉਹ ਉਸ ਨੂੰ ਨਾ ਮਾਰੇ ਅਤੇ ਇਸ ਪ੍ਰਕਾਰ ਉਹ ਪਹਿਲਾਂ ਹੀ ਇਸ਼ਕ ਹੱਥੋਂ ਦੁਖੀ ਨੂੰ ਹੋਰ ਦੁੱਖ ਨਾ ਦੇਵੇ। ਸਾਹਿਬਾਂ ਕਹਿੰਦੀ ਸੀ ਕਿ ਹੁਣ ਉਹਨਾਂ ਦੀ ਪੜ੍ਹਾਈ ਲਿਖਾਈ ਰਹਿ ਗਈ ਹੈ, ਕਿਉਂਕਿ ਉਹਨਾਂ ਦੋਹਾਂ ਦੇ ਸਿਰ ਉੱਪਰ ਤਾਂ ਇਸ਼ਕ ਦਾ ਭੂਤ ਸਵਾਰ ਹੋ ਗਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਤੁਰਦਰਗਾਹ ਤੋਂ ਹੀ ਆਪਣੀ ਕਿਸਮਤ ਵਿੱਚ ਇਸ਼ਕ ਲਿਖਾ ਕੇ ਲੈ ਆਏ ਹਨ। ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ, ਪਕੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ, ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਦ ਉਲੱਟ, ਵਣਜ ਗਵਾਲੇ ਬਾਣੀਆਂ, ਬਲਦ ਗਵਾਲੇ ਜੱਟ, ਤਿੰਨ ਸੈ ਨਾਗਾਂ ਪਿੜ ਰਿਹਾ, ਹੋ ਗਏ ਚੌੜ ਚੁਪੱਟ, ਮਿਰਜ਼ੇ ਸਾਹਿਬਾਂ ਦੀ ਦੋਸਤੀ ਰਹੂ ਵਿੱਚ ਜਗਤ। ਗਈ ਤੇਲ ਨੂੰ ਭਾਵ ਤੇਲ ਲੈਣ ਗਈ। ਪਸਾਰੀ ਸ਼ਬਦ ਦਾ ਅਰਥ ਹੈ ਦੁਕਾਨਦਾਰ। ਹੱਟ ਸ਼ਬਦ ਦਾ ਅਰਥ ਹੈ ਦੁਕਾਨ। ਫੜ ਨਾ ਜਾਣੇ ਤੱਕੜੀ ਭਾਵ ਤੱਕੜੀ ਨਾਲ ਤੋਲਣਾ ਅਤੇ ਵੱਟਿਆਂ ਨੂੰ ਪਛਾਨਣਾ ਭੁੱਲ ਗਿਆ। ਹਾੜ ਸ਼ਬਦ ਦਾ ਅਰਥ ਹੈ ਧੜਾ ਕਰਨ ਲਈ ਵੱਟਾ ਪਾਉਣਾ ਭਾਵ ਤੋਲਣਾ। ਵਣਜ ਸ਼ਬਦ ਦਾ ਅਰਥ ਹੈ ਵਪਾਰ। ਨਾਂਗਾ ਸ਼ਬਦ ਦਾ ਅਰਥ ਹੈ ਨਾਂਗੇ ਸਾਧੂ। ਚੌੜ ਚੁਪੱਟ ਭਾਵ ਵਿਗੜਨਾ ਜਾਂ ਜੱਤ ਸੱਤ ਡੋਲ ਜਾਣਾ। ਰਹੂ ਸ਼ਬਦ ਦਾ ਅਰਥ ਹੈ ਰਹੇਗੀ। ਜਗਤ ਸ਼ਬਦ ਦਾ ਅਰਥ ਹੈ ਸੰਸਾਰ। ਇਹਨਾਂ ਸਤਰਾਂ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੇ ਮਸੀਤ ਵਿੱਚ ਪੜ੍ਹਦਿਆਂ ਪਏ ਪਿਆਰ ਅਤੇ ਸਾਹਿਬਾਂ ਦੀ ਸੁੰਦਰਤਾ ਦਾ ਵਰਣਨ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਹੈ। ਜਦੋਂ ਸਾਹਿਬਾਂ ਤੇਲ ਲੈਣ ਲਈ ਪਸਾਰੀ ਦੀ ਹੱਟੀ ਉੱਤੇ ਗਈ ਤਾਂ ਉਸ ਦੀ ਅਦਭੁਤ ਸੁੰਦਰਤਾ ਦੇਖ ਕੇ ਪੰਸਾਰੀ ਦੇ ਹੋਸ਼ ਗੁੰਮ ਹੋ ਗਏ। ਉਸ ਨੂੰ ਤੇਲ ਤੋਲਣ ਲਈ ਤੱਕੜੀ ਫੜਨੀ
ਅਤੇ ਧੜਾ ਕਰਨ ਲਈ ਵੱਟਾ ਪਾਉਣਾ ਭੁੱਲ ਗਿਆ। ਉਸਨੇ ਤੇਲ ਤੋਲਣ ਲੱਗਿਆਂ ਭੁਲੇਖੇ ਨਾਲ ਸਾਹਿਬਾਂ ਦੇ ਤੇਲ ਲਈ ਲਿਆਂਦੇ ਭਾਂਡੇ ਵਿੱਚ ਸ਼ਹਿਦ ਹੀ ਉਲਟਾ ਦਿੱਤਾ। ਇਸ ਪ੍ਰਕਾਰ ਸਾਹਿਬਾਂ ਦੀ ਸੁੰਦਰਤਾ ਇੰਨੀ ਬੇਸੁੱਧ ਕਰ ਦੇਣ ਵਾਲੀ ਸੀ ਕਿ ਉਸ ਵੱਲ ਟੱਕ ਬੰਨ੍ਹ ਕੇ ਦੇਖਦਾ ਹੋਇਆ ਬਾਣੀਆ ਆਪਣੇ ਵਪਾਰ ਲਈ ਪਾਇਆ ਸੌਦਾ ਲੁਟਾ ਬੈਠਦਾ ਸੀ ਅਤੇ ਜੱਟ ਉਸ ਵੱਲ ਵੇਖਦਾ ਵੇਖਦਾ ਆਪਣੇ ਬਲਦ ਗੁਆ ਬਹਿੰਦਾ ਸੀ। ਸਾਹਿਬਾਂ ਉੱਪਰ ਇੰਨਾ ਕਹਿਰਾਂ ਦਾ ਹੁਸਨ ਸੀ ਕਿ ਉਸ ਨੂੰ ਦੇਖ ਕੇ ਤੀਵੀਆਂ ਤੋਂ ਸਦਾ ਦੂਰ ਰਹਿਣ ਵਾਲੇ ਅਤੇ ਜਤੀ ਸਤੀ ਕਹਾਉਣ ਵਾਲੇ 300 ਨਾਗੇ ਸਾਧੂ ਜਿਸ ਥਾਂ ਖੜੇ ਸਨ ਬਸ ਉੱਥੇ ਹੀ ਖੜੇ ਖੜੋਤੇ ਰਹਿ ਗਏ। ਉਹਨਾਂ ਦਾ ਬ੍ਰਹਮਚਾਰੀ ਧਰਮ ਡੋਲ ਗਿਆ। ਅਜਿਹੀ ਖੂਬਸੂਰਤ ਸਾਹਿਬਾਂ ਤੇ ਮਿਰਜ਼ੇ ਦੀ ਦੋਸਤੀ ਦੁਨੀਆ ਉੱਪਰ ਸਦਾ ਕਾਇਮ ਰਹੇਗੀ। ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ, ਗੱਜ ਗੱਜ ਲੰਮੀਆਂ ਮੀਡੀਆਂ ਰੰਗ ਜੋ ਗੋਰਾ ਸੀ। ਜੇ ਦੇਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੈਂਦਾ ਪੀ, ਜੇ ਮਾਰੇ ਬਰਸ਼ੀ ਕੱਸ ਕੇ ਮਿਰਜ਼ਾ ਕਦੀ ਨਾ ਕਰਦਾ ਸੀ। ਆਪਣੀ ਮੌਤੇ ਮੈਂ ਮਰਾਂ ਮੇਰੇ ਨਾਲ ਤੁਹਾਨੂੰ ਕੀ। ਸੀ ਸ਼ਬਦ ਦਾ ਅਰਥ ਹੈ ਹਾਏ। ਇਹਨਾਂ ਸਤਰਾਂ ਵਿੱਚ ਮਿਰਜ਼ੇ ਦੇ ਸਾਹਿਬਾਂ ਨੂੰ ਉਧਾਲਣ ਲਈ ਤੁਰ ਪੈਣ, ਰਸਤੇ ਵਿੱਚ ਉਸ ਨੂੰ ਪੀਲੂ ਸ਼ਾਹਿਰ ਦੇ ਮਿਲਣ ਅਤੇ ਪੀਲੂ ਦੇ ਉਸ ਨੂੰ ਬਦਸ਼ਗਨੀ ਬਾਰੇ ਦੱਸਣ, ਪਰ ਇਸ਼ਕ ਦੇ ਮਾਰੇ ਮਿਰਜ਼ੇ ਦੇ ਪਿੱਛੇ ਨਾ ਮੁੜਨ ਦਾ ਜ਼ਿਕਰ ਹੈ। ਮਿਰਜ਼ਾ ਕਹਿੰਦਾ ਹੈ ਕਿ ਖੀਵੇ ਖਾਨ ਦੀ ਧੀ ਸਾਹਿਬਾਂ ਨੇ ਆਪਣੀ ਸੁੰਦਰਤਾ ਨਾਲ ਉਸ ਦਾ ਕਲੇਜਾ ਕੱਢ ਲਿਆ ਹੈ। ਉਸ ਦੀਆਂ ਗੱਜ ਗੱਜ ਲੰਮੀਆਂ ਮੀਡੀਆਂ ਅਤੇ ਉਸ ਦੇ ਗੋਰੇ ਰੰਗ ਨੇ ਉਸ ਨੂੰ ਕੀਲ ਕੇ ਰੱਖ ਦਿੱਤਾ ਹੈ। ਉਹ ਉਸ ਨੂੰ ਇੰਨੇ ਸਿਦਕ ਅਤੇ ਦ੍ਰਿੜਤਾ ਨਾਲ ਪਿਆਰ ਕਰਦਾ ਹੈ ਕਿ ਜੇਕਰ ਉਹ ਉਸ ਨੂੰ ਆਪਣੇ ਹੱਥਾਂ ਨਾਲ ਜ਼ਹਿਰ ਦਾ ਪਿਆਲਾ ਪੀਣ ਲਈ ਦੇਵੇ ਤਾਂ ਉਹ ਉਸ ਨੂੰ ਬੜੀ ਖੁਸ਼ੀ ਨਾਲ ਪੀ ਲਵੇਗਾ। ਜੇਕਰ ਉਹ ਉਸ ਨੂੰ ਆਪਣੇ ਹੱਥਾਂ ਨਾਲ ਕੱਸ ਕੇ ਬਰਛੀ ਮਾਰਨੀ ਚਾਹੇ ਤਾਂ ਉਹ ਹੱਸ ਕੇ ਉਸ ਦੇ ਅਜਿਹੇ ਵਾਰ ਨੂੰ ਸਹਿ ਲਵੇਗਾ ਅਤੇ ਕਦੇ ਮੂੰਹੋਂ ਸੀ ਨਹੀਂ ਕਰੇਗਾ। ਉਸਨੇ ਜੇਕਰ ਮਰਨਾ ਹੈ ਤਾਂ ਆਪਣੀ ਮੌਤੇ ਮਰਨਾ ਹੈ। ਕਿਸੇ ਨੂੰ ਉਸ ਦੇ ਮਰਨ 'ਤੇ ਕੋਈ ਦੁੱਖ ਨਹੀਂ ਹੋਣਾ ਚਾਹੀਦਾ, ਕਿਉਂਕਿ ਜ਼ਿੰਦਗੀ ਉਸ ਦੀ ਆਪਣੀ ਹੈ ਅਤੇ ਇਸ ਨੇ ਜਦੋਂ ਮੌਤ ਆਉਣੀ ਹੈ ਮਰ ਜਾਣਾ ਹੈ। ਇਸ ਕਰਕੇ ਨਾ ਉਹ ਆਪਣੀ ਮੌਤ ਤੋਂ ਡਰਦਾ ਹੈ ਅਤੇ ਨਾ ਹੀ ਉਸ ਦੇ ਮਰਨ ਦਾ ਕਿਸੇ ਨੂੰ ਕੋਈ ਦੁੱਖ ਹੋਣਾ ਚਾਹੀਦਾ ਹੈ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਦੇਂਦੀ ਮੱਤ ਖੜੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ। ਤਪੀ ਕੜਾਹੀ ਤੇਲ ਦੀ ਸਿਰ ਪਰ ਲਾਟ ਜਲੀ, ਮੂਸਾ ਭੱਜਿਆ ਮੌਤ ਤੋਂ ਉਹਦੇ ਅੱਗੇ ਮੌਤ ਖੜੀ। ਪਰਬਤ ਵੜਦਿਆਂ ਟੱਕਰੇ ਲੰਘਣ ਕਿਹੜੀ ਗਲੀ, ਰੋਂਦੀ ਬੀਬੀ ਫਾਤਿਮਾ ਕਰਕੇ ਬਾਂਹ ਖੜੀ। ਮੈਂ ਕੀ ਰੱਬਾ ਤੇਰਾ ਫੇੜਿਆ, ਮੇਰੀ ਜੋੜੀ ਖਾਕ ਰਲੀ। ਅੱਜ ਦਾ ਵਾਰ ਬਚਾ ਲੈ ਭਲਕੇ ਸਿਆਲੀ ਜਾ ਵੜੀ। ਬੀਬੀ ਫਾਤਿਮਾ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤਰੀ ਹੈ। ਜੋੜੀ ਭਾਵ ਪੁੱਤਰਾਂ ਦੀ ਜੋੜੀ। ਬੀਬੀ ਫਾਤਿਮਾ ਦੇ 2 ਸਪੁੱਤਰ ਸਨ, ਹਸਨ ਤੇ ਹੁਸੈਨ। ਇਹਨਾਂ ਸਤਰਾਂ ਵਿੱਚ ਕਵੀ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਹੈ ਜਦੋਂ ਸਾਹਿਬਾਂ ਨੂੰ ਉਧਾਲਣ ਲਈ ਜਾ ਰਹੇ ਮਿਰਜ਼ੇ ਨੂੰ ਉਸ ਦੀ ਮਾਂ ਨਸੀਹਤਾਂ ਕਰਦੀ ਹੋਈ ਉਸ ਨੂੰ ਇਸ ਕੰਮ ਤੋਂ ਰੋਕਦੀ ਹੈ।
ਪਰੰਤੂ ਮਿਰਜ਼ਾ ਆਪਣੀ ਤਾਕਤ ਦੇ ਹੰਕਾਰ ਕਰਕੇ ਉਸ ਦੀ ਇੱਕ ਨਹੀਂ ਮੰਨਦਾ। ਸਾਹਿਬਾਂ ਨੂੰ ਉਧਾਲਣ ਲਈ ਜਾ ਰਹੇ ਮਿਰਜ਼ੇ ਖਾਨ ਨੂੰ ਉਸ ਦੀ ਮਾਂ ਖੜੀ ਹੋ ਕੇ ਇਸ ਤਰ੍ਹਾਂ ਮੱਤ ਦਿੰਦੀ ਹੈ ਕਿ ਹੇ ਪੁੱਤਰ, ਸੱਪਾਂ ਤੇ ਸ਼ੇਰਾਂ ਨਾਲ ਦੋਸਤੀ ਨਹੀਂ ਨਿਭਦੀ, ਇਸ ਕਰਕੇ ਤੂੰ ਇਸ ਕੁੜੀ ਨਾਲ ਅੜੀ ਨਾ ਕਰ। ਇਸ਼ਕ ਪਗਾਉਣਾ ਤਾਂ ਤਪੀ ਹੋਈ ਤੇਲ ਦੀ ਕੜਾਹੀ ਵਿੱਚ ਪੈਣ ਜਾਂ ਸਿਰ ਉੱਪਰ ਬਲਦੀ ਅੱਗ ਧਰਨ ਦੇ ਬਰਾਬਰ ਹੈ। ਮੂਸਾ ਭਾਵ ਚੂਹਾ ਬਿੱਲੀ ਨੂੰ ਦੇਖ ਕੇ ਮੌਤ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਅੱਗੇ ਪਿੰਜਰੇ ਵਿੱਚ ਫਸ ਕੇ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ। ਇਸ਼ਕ ਦੀ ਗਲੀ ਵੜਨ ਵਾਲੇ ਦਾ ਰਾਹ ਸਮਾਜ ਰੂਪੀ ਪਰਬਤ ਰੋਕ ਕੇ ਖੜਾ ਹੋ ਜਾਂਦਾ ਹੈ ਅਤੇ ਆਸ਼ਿਕ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਹੀ ਨਹੀਂ ਰਹਿ ਜਾਂਦਾ। ਭਾਵ ਇਸ਼ਕ ਪੁਗਾਉਣ ਦੀਆਂ ਗੱਲਾਂ ਕਰਨ ਵਾਲੇ ਨੂੰ ਮੌਤ ਜ਼ਰੂਰ ਆਉਂਦੀ ਹੈ। ਇਹ ਗੱਲਾਂ ਕਹਿੰਦੀ ਹੋਈ ਮਿਰਜ਼ੇ ਦੀ ਮਾਂ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਿਮਾ ਆਪਣੇ ਪੁੱਤਰਾਂ ਹਸਨ ਹੁਸੈਨ ਦੇ ਮਰਨ ਪਿੱਛੋਂ ਬਾਹਾਂ ਖੜੀਆਂ ਕਰਕੇ ਰੋਂਦੀ ਹੋਈ ਦੁਹਾਈ ਦੇ ਰਹੀ ਸੀ ਕਿ ਹੇ ਰੱਬਾ, ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੇਰੇ ਪੁੱਤਰਾਂ ਨੂੰ ਮਰਵਾ ਕੇ ਮਿੱਟੀ ਵਿੱਚ ਮਿਲਾ ਦਿੱਤਾ ਹੈ। ਮਿਰਜ਼ੇ ਦੀ ਮਾਂ ਕਹਿ ਰਹੀ ਸੀ ਕਿ ਹੇ ਪੁੱਤਰ, ਤੂੰ ਅੱਜ ਦਾ ਦਿਨ ਨਾ ਜਾ, ਕੱਲ੍ਹ ਨੂੰ ਸਾਹਿਬਾਂ ਦੇ ਵਿਆਹੀ ਜਾਣ ਪਿੱਛੋਂ ਬੇਸ਼ੱਕ ਸਿਆਲਾਂ ਦੇ ਪਿੰਡ ਚਲਾ ਜਾਵੀਂ। ਬੂਹੇ ਤੇ ਟਮਕ ਵੱਜਿਆ, ਸਾਹਿਬਾਂ ਘੱਤੇ ਤੇਲ, ਅੰਦਰ ਬੈਠੇ ਨਾਨਕੇ, ਬੂਹੇ ਬੈਠਾ ਮੇਲ, ਥਾਲੀ ਵਟਣਾ ਰਹਿ ਗਿਆ, ਕੁੱਪੇ ਅਤਰ ਫੁਲੇਲ, ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ। ਟਮਕ ਸ਼ਬਦ ਦਾ ਅਰਥ ਹੈ ਢੋਲ ਨਗਾਰਾ। ਘੱਤੇ ਤੇਲ ਭਾਵ ਮਾਈਏ ਪਾਉਣਾ। ਨਾਨਕੇ ਭਾਵ ਨਾਨਕਾ ਮੇਲ। ਕੁੱਪੇ ਸ਼ਬਦ ਦਾ ਅਰਥ ਹੈ ਚਮੜੇ ਦਾ ਬਰਤਨ ਜਿਸ ਵਿੱਚ ਤੇਲ ਆਦਿ ਪਾਇਆ ਜਾਂਦਾ ਸੀ। ਅਤਰ ਫੁਲੇਲ ਭਾਵ ਫੁੱਲਾਂ ਦਾ ਖੁਸ਼ਬੂਦਾਰ ਤੇਲ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਸਾਹਿਬਾਂ ਜਦੋਂ ਮਿਰਜ਼ੇ ਨਾਲ ਘਰੋਂ ਚਲੀ ਜਾਂਦੀ ਹੈ ਉਦੋਂ ਘਰ ਵਿੱਚ ਉਸ ਦੇ ਵਿਆਹ ਦੀ ਤਿਆਰੀ ਪੂਰੀ ਤਰ੍ਹਾਂ ਮੁਕੰਮਲ ਸੀ। ਜਦੋਂ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਗਿਆ, ਉਸ ਦਿਨ ਸਾਹਿਬਾਂ ਦੇ ਘਰ ਉਸ ਦਾ ਵਿਆਹ ਧਰਿਆ ਹੋਇਆ ਸੀ। ਘਰ ਦੇ ਬੂਹੇ ਵਿੱਚ ਵਿਆਹ ਦਾ ਨਗਾਰਾ ਵੱਜ ਰਿਹਾ ਸੀ ਅਤੇ ਸਾਹਿਬਾਂ ਨੂੰ ਮਾਈਏ ਪਾਉਣ ਦੀ ਤਿਆਰੀ ਹੋ ਰਹੀ ਸੀ। ਘਰ ਦੇ ਅੰਦਰ ਬਾਹਰ ਨਾਨਕਿਆਂ ਦਾ ਮੇਲ ਅਤੇ ਦਾਦਕਾ ਮੇਲ ਜੁੜਿਆ ਹੋਇਆ ਸੀ, ਪਰੰਤੂ ਸਾਹਿਬਾਂ ਦੇ ਮਿਰਜ਼ੇ ਨਾਲ ਚਲੇ ਜਾਣ ਕਾਰਨ ਵਟਣਾ ਥਾਲੀ ਵਿੱਚ ਪਿਆ ਰਹਿ ਗਿਆ ਅਤੇ ਅਤਰ ਫੁਲੇਲ ਵਰਗੀਆਂ ਖੁਸ਼ਬੂਦਾਰ ਚੀਜ਼ਾਂ ਦੇ ਕੁੱਪੇ ਭਰੇ ਹੋਏ ਰਹਿ ਗਏ। ਉਸ ਦੀਆਂ ਝਾਂਜਰਾਂ, ਹਮੇਲਾਂ ਅਤੇ ਹੋਰ ਗਹਿਣੇ ਪਟਾਰੀਆਂ ਵਿੱਚ ਹੀ ਪਏ ਰਹਿ ਗਏ। ਕੋਈ ਨਾ ਦੀਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ, ਕਟਕ ਪਿੜਾਦਿਆਂ ਟੱਕਰੀ ਮੇਥੋਂ ਰਾਠ ਡਰੇ, ਵੱਲ ਵੱਲ ਵੱਢਦਿਆਂ ਸੂਰਮੇ ਜਿਉਂ ਖੇਤੀ ਨੂੰ ਪੈਣ ਗੜੇ, ਸਿਰ ਸਿਆਲਾਂ ਦੇ ਵੱਢ ਕੇ ਸਿੱਟੂਗਾ ਵਿੱਚ ਰੜੇ। ਹੱਥ ਕਰੇ ਭਾਵ ਮੁਕਾਬਲਾ ਕਰੇ। ਕਟਕ ਸ਼ਬਦ ਦਾ ਅਰਥ ਹੈ ਫੌਜ। ਟੱਕਰੀ ਭਾਵ ਟੱਕਰ ਲੈ ਕੇ। ਰਾਠ ਸ਼ਬਦ ਦਾ ਅਰਥ ਹੈ ਸਰਦਾਰ ਜਾਂ ਰਾਜਾ। ਵੱਲ ਵੱਲ ਭਾਵ ਘੇਰ ਘੇਰ ਕੇ। ਰੜੇ ਸ਼ਬਦ ਦਾ ਅਰਥ ਹੈ ਪੱਧਰੇ ਮੈਦਾਨ ਵਿੱਚ। ਇਹਨਾਂ ਸਤਰਾਂ ਦੇ ਵਿੱਚ ਕਵੀ ਨੇ ਮਿਰਜ਼ੇ ਦੇ ਅਭਿਮਾਨ ਦਾ ਵਰਣਨ ਕੀਤਾ ਹੈ। ਸਾਹਿਬਾਂ ਨੂੰ ਕੱਢ ਕੇ ਲਿਜਾ ਰਹੇ ਮਿਰਜ਼ੇ ਨੇ ਸਾਹਿਬਾਂ ਨੂੰ ਕਿਹਾ ਕਿ ਮੈਨੂੰ ਕੋਈ ਅਜਿਹਾ ਸੂਰਮਾ ਨਹੀਂ ਦਿਸਦਾ ਜਿਹੜਾ ਮੇਰੇ ਨਾਲ ਟੱਕਰ ਲੈ ਸਕਦਾ ਹੋਵੇ।
ਮੈਂ ਤਾਂ ਅਣਗਿਣਤ ਫੌਜਾਂ ਨਾਲ ਟੱਕਰ ਲੈ ਸਕਦਾ ਹਾਂ ਅਤੇ ਭੇੜ ਮਚਾ ਸਕਦਾ ਹਾਂ। ਮੈਥੋਂ ਤਾਂ ਵੱਡੇ ਵੱਡੇ ਸਰਦਾਰ ਡਰਦੇ ਹਨ। ਮੈਂ ਸੂਰਮਿਆਂ ਨੂੰ ਘੇਰ ਘੇਰ ਕੇ ਉਹਨਾਂ ਦੇ ਸਿਰ ਇਸ ਤਰ੍ਹਾਂ ਵੱਢ ਵੱਢ ਕੇ ਸੁੱਟਦਾ ਹਾਂ ਜਿਸ ਤਰ੍ਹਾਂ ਖੇਤਾਂ ਵਿੱਚ ਗੜੇ ਪੈ ਰਹੇ ਹੋਣ। ਇਸੇ ਤਰ੍ਹਾਂ ਹੀ ਮੈਂ ਸਿਆਲਾਂ ਦੇ ਸਿਰ ਵੱਢ ਵੱਢ ਕੇ ਪੱਧਰੇ ਮੈਦਾਨ ਵਿੱਚ ਸੁੱਟ ਦਿਆਂਗਾ। ਮੰਦਾ ਕੀਤਾ ਸੁਣ ਸਾਹਿਬਾਂ ਮੇਰਾ ਤਰਕਸ਼ ਟੰਗਿਆ ਜੰਡ, 300 ਕਾਨੀ ਮਿਰਜੇ ਜਵਾਨ ਦੀ, ਦਿੰਦਾ ਸਿਆਲਾਂ ਨੂੰ ਵੰਡ। ਪਹਿਲੋਂ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ, ਤੀਜੀ ਮਾਰਾਂ ਜੋੜ ਕੇ ਜਿਹਦੀ ਹੈ ਤੂੰ ਮੰਗ। ਸਿਰ ਤੋਂ ਮੁੰਡਾਸਾ ਉੱਡ ਗਿਆ ਗਲ ਵਿੱਚ ਪਈ ਝੰਡ, ਬਾਜ ਭਰਾਵਾਂ ਜੱਟ ਮਾਰਿਆ ਕੋਈ ਨਾ ਮਿਰਜੇ ਸੰਗ। ਤਰਕਸ਼ ਸ਼ਬਦ ਦਾ ਅਰਥ ਹੈ ਤੀਰਾਂ ਦਾ ਪੱਥਾ। ਜੰਡ ਸ਼ਬਦ ਦਾ ਅਰਥ ਹੈ ਇੱਕ ਜੰਗਲੀ ਰੁੱਖ। ਜਿਹਦੀ ਭਾਵ ਜਿਸ ਦੀ, ਮੰਗ ਭਾਵ ਮੰਗੇਤਰ। ਮੁੰਡਾਸਾ ਸ਼ਬਦ ਦਾ ਅਰਥ ਹੈ ਸਿਰ ਉੱਪਰ ਉਗੜ ਦੁਗੜੇ ਲਪੇਟੇ ਮਾਰ ਕੇ ਵਲਿਆ ਹੋਇਆ ਕੱਪੜਾ। ਝੰਡ ਸ਼ਬਦ ਦਾ ਅਰਥ ਹੈ ਵਾਲ। ਸੰਗ ਸ਼ਬਦ ਦਾ ਅਰਥ ਹੈ ਸਾਥੀ। ਇਹਨਾਂ ਸਤਰਾਂ ਵਿੱਚ ਕਵੀ ਨੇ ਮਿਰਜ਼ੇ ਦਾ ਉਹ ਦੁੱਖ ਅੰਕਿਤ ਕੀਤਾ ਹੈ ਜਿਹੜਾ ਉਸ ਨੂੰ ਸਾਹਿਬਾਂ ਦੀ ਬੇਵਫਾਈ ਦੇਖ ਕੇ ਹੋਇਆ, ਜਿਸ ਅਨੁਸਾਰ ਸਾਹਿਬਾਂ ਨੇ ਆਪਣੇ ਭਰਾਵਾਂ ਦੇ ਮੋਹ ਵਿੱਚ ਆ ਕੇ ਮਿਰਜ਼ੇ ਦਾ ਤੀਰਾਂ ਦਾ ਪੱਥਾ ਜੰਡ ਉੱਪਰ ਟੰਗ ਕੇ ਉਸ ਨੂੰ ਬੇਹਥਿਆਰਾ ਕਰ ਦਿੱਤਾ ਸੀ, ਜਿਸ ਦੇ ਫਲਸਰੂਪ ਮਿਰਜ਼ਾ ਦੁਸ਼ਮਣਾਂ ਹੱਥੋਂ ਮਾਰਿਆ ਗਿਆ। ਮਰਦਾ ਹੋਇਆ ਮਿਰਜ਼ਾ ਸਾਹਿਬਾਂ ਨੂੰ ਕਹਿਣ ਲੱਗਾ ਕਿ ਤੂੰ ਮੇਰਾ ਤੀਰਾਂ ਦਾ ਪੱਥਾ ਜੰਡ ਦੇ ਦਰਖਤ ਉੱਪਰ ਟੰਗ ਕੇ ਬਹੁਤ ਬੁਰਾ ਕੀਤਾ ਹੈ। ਮੇਰੇ ਪੱਥੇ ਵਿੱਚ 300 ਤੀਰ ਸਨ ਜਿਨ੍ਹਾਂ ਨਾਲ ਮੈਂ ਸਿਆਲਾਂ ਦੀ ਬੋਟੀ ਬੋਟੀ ਕਰ ਦੇਣੀ ਸੀ। ਸਭ ਤੋਂ ਪਹਿਲਾਂ ਤੀਰ ਮੈਂ ਤੇਰੇ ਵੀਰ ਸ਼ਮੀਰ ਨੂੰ ਮਾਰਨਾ ਸੀ ਤੇ ਫਿਰ ਇੱਕ ਤੀਰ ਉਸ ਦੇ ਕਲਗੀ ਵਾਲੇ ਘੋੜੇ ਦੇ ਤੰਗ ਭਾਵ ਪੇਟੀ ਵਿੱਚ ਮਾਰ ਕੇ ਉਸ ਨੂੰ ਪਾਰ ਬੁਲਾ ਦੇਣਾ ਸੀ। ਤੀਜਾ ਤੀਰ ਖਿੱਚ ਕੇ ਮੈਂ ਉਸ ਗੱਭਰੂ ਨੂੰ ਮਾਰਨਾ ਸੀ ਜਿਸ ਨਾਲ ਤੇਰੀ ਮੰਗਣੀ ਹੋਈ ਸੀ। ਕਵੀ ਕਹਿੰਦਾ ਹੈ ਕਿ ਸਾਹਿਬਾਂ ਦੇ ਧੋਖਾ ਦੇਣ ਕਰਕੇ ਉਸ ਦੇ ਭਰਾਵਾਂ ਦੇ ਤੀਰਾਂ ਨਾਲ ਮਿਰਜ਼ੇ ਦੇ ਸਿਰ ਉੱਪਰੋਂ ਮੁੰਡਾਸਾ ਲੈ ਗਿਆ ਅਤੇ ਉਸ ਦੇ ਵਾਲ ਖੁੱਲ੍ਹ ਕੇ ਗਲ ਵਿੱਚ ਪੈ ਗਏ। ਇਸ ਤਰ੍ਹਾਂ ਮਿਰਜ਼ਾ ਆਪਣੇ ਭਰਾਵਾਂ ਦੀ ਕਮੀ ਕਰਕੇ ਮਾਰਿਆ ਗਿਆ। ਅਸਲ ਵਿੱਚ ਉੱਥੇ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਪੀਲੂ ਪੁੱਛੇ ਸ਼ਾਇਰ ਨੂੰ ਕੈਵਲ ਗਿਆ ਜਹਾਨ, ਲੱਗ ਲੱਗ ਗਈਆਂ ਮਜਲਸਾਂ ਬਹਿ ਬਹਿ ਗਏ ਦੀਵਾਨ। ਮਿਰਜ਼ਾ ਮਾਰਿਆ ਮਲਕੁਤ ਮੌਤ ਦਾ, ਕੁਛ ਮਾਰਿਆ ਖੁਦੀ ਗੁਮਾਨ। ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਹਣਾ ਜਵਾਨ। ਕਿੱਸਾ ਜੋੜਿਆ ਪੀਲੂ ਸ਼ਾਇਰ ਨੇ ਜਿਹਨੂੰ ਜਾਣੇ ਕੁੱਲ ਜਹਾਨ। ਸ਼ਾਇਰ ਸ਼ਬਦ ਦਾ ਅਰਥ ਹੈ ਕਵੀ। ਕੈਵਲ ਭਾਵ ਕਿੱਧਰ। ਮਜਲਸਾਂ ਸ਼ਬਦ ਦਾ ਅਰਥ ਹੈ ਮਹਿਫਲਾਂ। ਦੀਵਾਨ ਸ਼ਬਦ ਦਾ ਅਰਥ ਹੈ ਸਭਾਵਾਂ। ਮਲਕੁਲ ਮੌਤ ਭਾਵ ਮੌਤ ਦਾ ਫਰਿਸ਼ਤਾ। ਖੁਦੀ ਗੁਮਾਨ ਭਾਵ ਹੰਕਾਰ ਜਾਂ ਹਉਮੈ। ਇਹਨਾਂ ਸਤਰਾਂ ਵਿੱਚ ਕਵੀ ਸੰਸਾਰ ਦੀ ਨਾਸ਼ਮਾਨਤਾ ਅਤੇ ਮਿਰਜ਼ੇ ਦੀ ਮੌਤ ਦਾ ਜ਼ਿਕਰ ਕਰਦਾ ਹੋਇਆ ਨਿਰਾਸ਼ਤਾ ਦੇ ਭਾਵ ਪ੍ਰਗਟ ਕਰਦਾ ਹੈ। ਪੀਲੂ ਸ਼ਾਇਰ ਨੂੰ ਲੋਕ ਪੁੱਛਦੇ ਹਨ ਕਿ ਦੁਨੀਆ 'ਤੇ ਸਾਥੋਂ ਪਹਿਲਾਂ ਹੋਏ ਜਾਂ ਸਾਡੇ ਨਾਲ ਦੇ ਲੋਕ ਕਿੱਧਰ ਤੁਰ ਗਏ ਹਨ, ਉਹ ਕਿਤੇ ਦਿਸਦੇ ਨਹੀਂ। ਪੀਲੂ ਲੋਕਾਂ ਨੂੰ ਦੱਸਦਾ ਹੈ ਕਿ ਇਹ ਦੁਨੀਆ ਚਲੋ ਚਲੀ ਦਾ ਮੇਲਾ ਹੈ। ਇੱਥੇ
ਅਣਗਿਣਤ ਲੋਕ ਆਏ ਅਤੇ ਮਹਿਫਲਾਂ ਅਤੇ ਸਭਾਵਾਂ ਲਾ ਲਾ ਕੇ ਇੱਥੋਂ ਸਦਾ ਲਈ ਕੂਚ ਕਰ ਗਏ। ਅਰਥਾਤ ਇਸ ਸੰਸਾਰ ਉੱਪਰ ਕੋਈ ਵੀ ਹਮੇਸ਼ਾ ਲਈ ਜਿਉਂਦਾ ਨਹੀਂ ਰਿਹਾ। ਮਿਰਜ਼ੇ ਨੂੰ ਇੱਕ ਤਾਂ ਉਸ ਦੇ ਹੰਕਾਰ ਨੇ ਮਾਰਿਆ ਸੀ ਅਤੇ ਦੂਜਾ ਉਸ ਨੂੰ ਮੌਤ ਦੇ ਫਰਿਸ਼ਤੇ ਮਲਕੁਤ ਮੌਤ ਨੇ ਮਾਰਿਆ ਸੀ। ਇਸ ਪ੍ਰਕਾਰ ਸੋਹਣਾ ਜਵਾਨ ਮਿਰਜ਼ਾ ਮਰਨ ਪਿੱਛੋਂ ਕਬਰਾਂ ਵਿੱਚ ਜਾ ਪਿਆ। ਪੀਲੂ ਸ਼ਾਇਰ ਨੇ ਮਿਰਜ਼ਾ ਸਾਹਿਬਾਂ ਦਾ ਇਹ ਕਿੱਸਾ ਜੋੜਿਆ ਹੈ ਜਿਸ ਨੂੰ ਕਿ ਸਾਰਾ ਜਹਾਨ ਜਾਣਦਾ ਹੈ। ਇਹ ਸੀ ਪੀਲੂ ਕਿੱਸਾਕਾਰ ਦੁਆਰਾ ਲਿਖਿਆ ਹੋਇਆ ਕਿੱਸਾ ਮਿਰਜ਼ਾ ਸਾਹਿਬਾਂ। ਇਸ ਕਿੱਸੇ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਮਿਰਜ਼ਾ ਸਾਹਿਬਾਂ ਦਾ ਪਿਆਰ ਉਹਨਾਂ ਦੇ ਮਸੀਤ ਵਿੱਚ ਪੜ੍ਹਦਿਆਂ ਹੀ ਪੈ ਗਿਆ। ਜਦੋਂ ਸਾਹਿਬਾਂ ਦਾ ਵਿਆਹ ਧਰਿਆ ਗਿਆ ਤਾਂ ਮਿਰਜ਼ਾ ਆਪਣੀ ਮਾਂ ਦੇ ਰੋਕਣ ਦੇ ਬਾਵਜੂਦ ਉਸ ਨੂੰ ਉਧਾਲ ਕੇ ਲੈ ਗਿਆ, ਪਰ ਰਾਹ ਵਿੱਚ ਆਪਣੇ ਹੰਕਾਰ ਅਤੇ ਸਾਹਿਬਾਂ ਦੇ ਧੋਖੇ ਕਾਰਨ ਆਪਣੇ ਭਰਾਵਾਂ ਦੀ ਅਣਹੋਂਦ ਵਿੱਚ ਸਿਆਲਾਂ ਹੱਥੋਂ ਮਾਰਿਆ ਗਿਆ। ਹੁਣ ਅਸੀਂ ਪੀਲੂ ਦੁਆਰਾ ਲਿਖੇ ਹੋਏ ਕਿੱਸੇ ਮਿਰਜ਼ਾ ਸਾਹਿਬਾਂ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਕਿੱਸਾ ਮਿਰਜ਼ਾ ਸਾਹਿਬਾਂ ਕਿਸ ਨੇ ਲਿਖਿਆ? ਇਸ ਦਾ ਉੱਤਰ ਹੈ ਪੀਲੂ ਨੇ। ਦੂਸਰਾ ਪ੍ਰਸ਼ਨ ਹੈ, ਪੀਲੂ ਕਿਸ ਕਾਵਧਾਰਾ ਦਾ ਕਵੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਕਿੱਸਾ ਕਾਵਧਾਰਾ ਦਾ। ਅਗਲਾ ਪ੍ਰਸ਼ਨ ਹੈ, ਸਾਹਿਬਾਂ ਦੇ ਬਾਪ ਦਾ ਨਾਂ ਕੀ ਸੀ? ਉੱਤਰ ਹੈ ਖੀਵਾ ਖਾਨ। ਅਗਲਾ ਪ੍ਰਸ਼ਨ ਹੈ, ਮਿਰਜ਼ੇ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ? ਇਸ ਪ੍ਰਸ਼ਨ ਦਾ ਉੱਤਰ ਹੈ ਖਰਲਾਂ ਦੇ ਪਰਿਵਾਰ ਵਿੱਚ। ਅਗਲਾ ਪ੍ਰਸ਼ਨ ਹੈ, ਮਿਰਜ਼ਾ ਤੇ ਸਾਹਿਬਾਂ ਕਿੱਥੇ ਪੜ੍ਹਦੇ ਸਨ? ਇਸ ਦਾ ਉੱਤਰ ਹੈ ਮਸੀਤ ਵਿੱਚ। ਅਗਲਾ ਪ੍ਰਸ਼ਨ ਹੈ, ਜਦੋਂ ਸਾਹਿਬਾਂ ਮਸੀਤ ਵਿੱਚ ਅਜੇ ਫੱਟੀ ਲਿਖਣੀ ਹੀ ਸਿੱਖ ਰਹੀ ਸੀ ਉਦੋਂ ਮਿਰਜ਼ਾ ਕੀ ਪੜ੍ਹਨ ਲੱਗ ਪਿਆ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਕੁਰਾਨ। ਅਗਲਾ ਪ੍ਰਸ਼ਨ ਹੈ, ਸਾਹਿਬਾਂ ਪੰਸਾਰੀ ਦੀ ਹੱਟੀ ਉੱਤੇ ਕੀ ਲੈਣ ਗਈ? ਇਸ ਪ੍ਰਸ਼ਨ ਦਾ ਉੱਤਰ ਹੈ ਤੇਲ। ਅਗਲਾ ਪ੍ਰਸ਼ਨ ਹੈ, ਬਾਣੀਏ ਨੇ ਸਾਹਿਬਾਂ ਨੂੰ ਤੇਲ ਦੇ ਭੁਲੇਖੇ ਕੀ ਦੇ ਦਿੱਤਾ? ਇਸ ਪ੍ਰਸ਼ਨ ਦਾ ਉੱਤਰ ਹੈ ਸ਼ਹਿਦ। ਅਗਲਾ ਪ੍ਰਸ਼ਨ ਹੈ, ਸਾਹਿਬਾਂ ਦੀ ਖੂਬਸੂਰਤੀ ਦੇਖ ਕੇ ਪੰਸਾਰੀ ਨੂੰ ਕੀ ਫੜਨਾ ਭੁੱਲ ਗਿਆ? ਇਸ ਪ੍ਰਸ਼ਨ ਦਾ ਉੱਤਰ ਹੈ ਤੱਕੜੀ। ਇਹ ਸੀ ਪੀਲੂ ਦੁਆਰਾ ਲਿਖਿਆ ਕਿੱਸਾ ਮਿਰਜ਼ਾ ਸਾਹਿਬਾਂ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ। ਸੰਸਾਰ ਦੀ ਨਾਸ਼ਮਾਨਤਾ ਨੂੰ ਪ੍ਰਗਟ ਕੀਤਾ ਹੈ। ਕਿੱਸਾਕਾਰ ਨੇ ਕਿੱਸੇ ਵਿੱਚ ਇਹ ਭਾਵ ਉਜਾਗਰ ਕੀਤੇ ਹਨ ਕਿ ਕਿਵੇਂ ਤਾਕਤ ਦੇ ਹੰਕਾਰ ਵਿੱਚ ਫਸਿਆ ਮਨੁੱਖ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ। ਜਿਵੇਂ ਮਿਰਜ਼ੇ ਨੂੰ ਆਪਣੀ ਤਾਕਤ ਦਾ ਹੰਕਾਰ ਸੀ, ਹੰਕਾਰ ਕਾਰਨ ਹੀ ਮਿਰਜ਼ਾ ਅਖੀਰ ਵਿੱਚ ਮਾਰਿਆ ਜਾਂਦਾ ਹੈ। ਕਿੱਸਾਕਾਰ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਕੇ ਭਰਾਵਾਂ ਦੇ ਸਾਥ ਤੋਂ ਬਿਨਾਂ ਮੈਦਾਨੇ ਜੰਗ ਵਿੱਚ ਸੂਰਮੇ ਵੀ ਦੁਸ਼ਮਣਾਂ ਹੱਥੋਂ ਹਾਰ ਜਾਂਦੇ ਹਨ। ਜਿਵੇਂ ਕਿੱਸੇ ਵਿੱਚ ਮਿਰਜ਼ਾ ਆਪਣੇ ਭਰਾਵਾਂ ਦੀ ਅਣਹੋਂਦ ਕਾਰਨ ਸਿਆਲਾਂ ਹੱਥੋਂ ਮਾਰਿਆ ਗਿਆ। ਧੰਨਵਾਦ।